ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਸਿੰਘ ਨੱਥੂ ਚੱਕ ਕੁਝ ਵਿਚਾਰ ਆਪ ਜੀ ਦੇ ਸਾਹਮਣੇ ਮੈਂ ਪੇਸ਼ ਕਰਨ ਲੱਗਾ ਹਾਂ। ਅੱਜ ਸਾਡੇ ਦੇਸ਼ ਦੀ ਆਜ਼ਾਦੀ ਨੂੰ ਲਗਭਗ 73 ਸਾਲ ਹੋ ਚੁੱਕੇ ਨੇ, ਪਰ ਅੱਜ ਤੱਕ ਸਾਡੇ ਦੇਸ਼ ਦਾ ਵਿਕਾਸ ਨਹੀਂ ਹੋ ਸਕਿਆ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਸਾਡੇ ਦੇਸ਼ ਅੰਦਰ ਬਣੀਆਂ ਨੇ ਉਹਨਾਂ ਨੇ ਕਦੇ ਵੀ ਗਰੀਬ ਲੋਕਾਂ ਬਾਰੇ, ਪੜ੍ਹੇ ਲਿਖੇ ਨੌਜਵਾਨਾਂ ਬਾਰੇ, ਗਰੀਬੀ ਰੇਖਾ ਵਿੱਚ ਦੱਬੇ ਕੁਚਲੇ ਲੋਕਾਂ ਬਾਰੇ ਨਹੀਂ ਸੋਚਿਆ। ਭਾਰਤ ਵਿੱਚ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਸਿਰਫ ਧਰਮ ਅਤੇ ਜਾਤ ਪਾਤ ਦੇ ਨਾਂ 'ਤੇ ਕੰਮ ਕੀਤਾ ਹੈ। ਲੋਕ ਕਹਿੰਦੇ ਨੇ ਸਾਡਾ ਦੇਸ਼ ਆਜ਼ਾਦ ਹੈ, ਪਰ ਮੈਂ ਕਹਿੰਦਾ ਹਾਂ ਕਿ ਸਾਡਾ ਦੇਸ਼ ਅੱਜ ਵੀ ਗੁਲਾਮ ਹੈ। ਸਭ ਤੋਂ ਵੱਧ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਹੈ। ਸਾਡੇ ਦੇਸ਼ ਦੀ ਸਰਕਾਰ ਵੱਡੇ ਵੱਡੇ ਸਕੈਚੂ ਮਿਊਜ਼ੀਅਮ ਬਣਾਉਣ ਵਿੱਚ ਲੱਗੀ ਹੋਈ ਹੈ, ਪਰ ਸਾਡੇ ਦੇਸ਼ ਦੇ ਗਰੀਬ ਲੋਕ ਰੋਟੀ ਤੋਂ ਵੀ ਤੰਗ ਨੇ। ਲੱਖ ਲਾਹਣ ਤਾਂ ਇਹੋ ਜਿਹੀ ਸਰਕਾਰ ਉੱਤੇ ਜਿੱਥੇ ਮਤੇ ਮਜ਼ਦੂਰਾਂ ਵਿਰੁੱਧ ਪੈ ਜਾਣ, ਜਿੱਥੇ ਗਰੀਬਾਂ ਦੇ ਘਰ ਟਰੈਕਟਰਾਂ ਨਾਲ ਢਹਿ ਜਾਣ। ਤੁਸੀਂ ਸਾਰੇ ਜਾਣਦੇ ਹੀ ਹੋ, ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਗਰੀਬਾਂ ਦੇ ਵਿਰੁੱਧ ਮਤੇ ਪਾਏ ਜਾ ਰਹੇ ਨੇ ਅਤੇ ਗਰੀਬਾਂ ਦੇ ਘਰ ਟਰੈਕਟਰਾਂ ਨਾਲ ਢਾਏ ਜਾ ਰਹੇ ਨੇ। ਇੱਕ ਜਗ੍ਹਾ 'ਤੇ ਗੋਲਾ ਪੰਡੋਰੀ ਦੇ ਵਿੱਚ ਮਜ਼ਦੂਰਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ, ਪਰ ਸਾਡੀ ਸਰਕਾਰ ਹਾਲੇ ਤੱਕ ਸੁੱਤੀ ਹੋਈ ਆ। ਗਰੀਬਾਂ ਦੇ ਹੱਕ ਵਿੱਚ ਉਹਨੇ ਇੱਕ ਵੀ ਬਿਆਨ ਨਹੀਂ ਦਿੱਤਾ। ਜੇਕਰ ਸਰਕਾਰ ਗਰੀਬਾਂ ਦੀ ਹੋਵੇ ਅਤੇ ਗਰੀਬਾਂ ਲਈ ਬੋਲੇ, ਅੱਜ ਤੱਕ ਇੱਕ ਵੀ CM MLA MP ਦਾ ਬਿਆਨ ਨਹੀਂ ਆਇਆ ਕਿ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ। ਮੇਰੇ ਸਤਿਕਾਰਯੋਗ ਸਾਥੀਓ, ਮੈਂ ਤੁਹਾਨੂੰ ਅੱਜ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਆਪਣੀ ਵੋਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਅਤੇ ਤੁਹਾਨੂੰ ਆਉਣ ਵਾਲੀਆਂ ਸਰਕਾਰਾਂ ਜਿਹੜੇ ਤੁਹਾਡੇ ਥੋੜ੍ਹੇ ਬਹੁਤੇ ਅਧਿਕਾਰ ਰਹਿ ਗਏ ਨਾ, ਉਹ ਵੀ ਖੋਹ ਲੈਣੇ ਆ। ਤੁਸੀਂ ਆਜ਼ਾਦ ਤਾਂ ਪਹਿਲਾਂ ਨਹੀਂ ਹੋ, ਔਰ ਜਿਹੜੇ 100 ਦੇ ਵਿੱਚੋਂ 30% ਤੁਸੀਂ ਆਜ਼ਾਦ ਹੋ, ਉਹ ਵੀ ਗੁਲਾਮ ਕਰ ਲੈਣਾ ਇਹਨਾਂ ਸਰਕਾਰਾਂ ਨੇ ਤੁਹਾਨੂੰ। ਅੱਜ ਵੀ ਸਮਾਂ ਹੈ, ਇਕੱਤਰ ਹੋਈਏ, ਇਕੱਠੇ ਹੋਈਏ ਅਤੇ ਆਪਣੀ ਸਰਕਾਰ ਬਣਾਓ। ਜੇਕਰ ਮਜ਼ਦੂਰ ਚਾਹੁੰਦਾ ਹੈ ਕਿ ਮੈਨੂੰ ਬਰਾਬਰਤਾ ਮਿਲੇ ਤਾਂ ਮੈਨੂੰ ਸਰਕਾਰ ਬਣਾਉਣੀ ਪਵੇਗੀ। ਮੇਰੇ ਸਤਿਕਾਰਯੋਗ ਸਾਥੀਓ, ਜਿੰਨਾ ਤੱਕ ਅਸੀਂ ਆਪਣੀ ਵੋਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ, ਉਹਨਾਂ ਤੱਕ ਅਸੀਂ ਕੁਛ ਨਹੀਂ ਕਰ ਸਕਦੇ। 5 ਸਾਲ ਤਾਂ ਅਸੀਂ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਸਾਨੂੰ ਹੱਕ ਦਿਓ, ਹੱਕ ਦਿਓ, ਹੱਕ ਦਿਓ, ਪਰ ਜਿਸ ਦਿਨ ਹੱਕ ਵਾਲੀਆਂ ਮਸ਼ੀਨਾਂ ਪਿੰਡਾਂ ਦੇ ਵਿੱਚ ਜਾ ਕੇ ਲੱਗਦੀਆਂ ਨੇ, ਵੋਟਾਂ ਵਾਲਾ ਦਿਨ ਜਿਹਨੂੰ ਕਹਿ ਦਿੰਦੇ ਹਾਂ, ਉਸ ਦਿਨ ਸਾਡੇ ਲੋਕ ਸ਼ਰਾਬਾਂ ਦੇ ਵਿੱਚ ਰੁੱਝੇ ਹੋਏ ਹੁੰਦੇ ਨੇ ਔਰ ਅਸੀਂ ਆਪਣਾ ਹੱਕ ਉਹ ਗਵਾ ਬੈਠਦੇ ਹਾਂ ਔਰ 5 ਸਾਲ ਪਿੱਛੇ ਹੋਰ ਪੈ ਜਾਂਦੇ ਹਾਂ। ਮੇਰੇ ਸਤਿਕਾਰਯੋਗ ਸਾਥੀਓ, ਕਣਕ ਦਾਲ ਸਾਡਾ ਵਿਕਾਸ ਨਹੀਂ ਹੈ, ਸਾਡਾ ਵਿਕਾਸ ਰੁਜ਼ਗਾਰ ਹੈ। ਕਣਕ ਦਾਲ ਸਾਨੂੰ ਭੀਖ ਦਿੰਦੇ ਨੇ ਔਰ ਭੀਖ ਸਾਨੂੰ ਇੱਜ਼ਤ ਦੀ ਰੋਟੀ ਦੇਣ, ਨੌਕਰੀ। ਸਾਨੂੰ ਨੌਕਰੀ ਮਿਲੇਗੀ ਅਤੇ ਸਾਨੂੰ ਇੱਜ਼ਤ ਦੀ ਰੋਟੀ, ਅਸੀਂ ਸਭ ਕੁਛ ਵਧੀਆ ਕਮਾ ਸਕਦੇ ਹਾਂ ਜੇਕਰ ਸਾਡੇ ਕੋਲ ਰੁਜ਼ਗਾਰ ਹੈ। ਨਹੀਂ ਤਾਂ ਅਸੀਂ ਕਿੰਨਾ ਕੁ ਤੱਕ ਜਲੀਲ ਹੁੰਦੇ ਰਹਾਂਗੇ। ਹਮੇਸ਼ਾ ਹੀ ਇੱਕ ਮੈਂ ਕੱਲ੍ਹ ਹੀ ਫੇਸਬੁੱਕ ਉੱਤੇ ਵੀਡੀਓ ਦੇਖ ਰਿਹਾ ਸੀ ਅਤੇ ਉਹ ਵੀਰ ਨੇ ਇੱਕ ਵੀਡੀਓ ਪਾਈ ਸੀ, ਕਹਿ ਰਿਹਾ ਸੀ ਕਿ ਜਿਹੜੇ ਲੋਕਾਂ ਨੂੰ ਤੁਸੀਂ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਡਾਊਨ ਵਿੱਚ ਲੰਗਰ ਛਕਾਉਂਦੇ ਰਹੇ ਹੋ, ਉਹਨਾਂ ਲੋਕਾਂ ਨੇ ਝੋਨੇ ਦਾ ਰੇਟ ਵਧਾ ਦਿੱਤਾ। ਮੇਰੇ ਸਤਿਕਾਰਯੋਗ ਸਾਥੀਓ, ਇਹ ਦਿਲ 'ਚੋਂ ਭੁਲੇਖਾ ਕੱਢ ਦੇ ਕਿ ਅਮੀਰ ਗਰੀਬ ਨੂੰ ਲੰਗਰ ਖਵਾਉਂਦਾ ਏ, ਉਹ ਵਿਰਲੇ ਹੀ ਨੇ ਜੋ ਮਹਾਰਾਜ ਨੂੰ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੰਨ ਕੇ
ਲੰਗਰ ਲਾਉਂਦੇ ਨੇ, ਨਹੀਂ ਤਾਂ ਜ਼ਿਆਦਾਤਰ ਬਹੁਤ ਸਾਰੇ ਮਜ਼ਦੂਰ ਵੀ ਆਪਣੀ ਮਿਹਨਤ ਦੇ ਵਿੱਚੋਂ ਦਸਵੰਧ ਕੱਢ ਕੇ ਲੰਗਰ ਲਾਉਂਦੇ ਨੇ। ਅਤੇ ਇਹ ਜਿਹੜੇ ਤੁਹਾਨੂੰ ਦਿਨੋਂ ਦਿਨ ਗੁਲਾਮ ਬਣਾਇਆ ਜਾ ਰਿਹਾ, ਅਸਲ ਦੇ ਵਿੱਚ ਤੁਸੀਂ ਗੁਲਾਮ ਨਹੀਂ ਹੋ, ਪਰ ਤੁਹਾਨੂੰ ਮਾਨਸਿਕ ਗੁਲਾਮ ਕਰ ਦਿੱਤਾ ਗਿਆ ਹੈ ਕਿ ਤੁਹਾਡੇ ਮਨ ਦੇ ਵਿੱਚ ਇੱਕੋ ਚੀਜ਼ ਬਿਠਾ ਦਿੱਤੀ ਗਈ ਹੈ ਕਿ ਤੁਸੀਂ ਗੁਲਾਮ ਹੋ ਔਰ ਆਜ਼ਾਦੀ, ਤੁਸੀਂ ਆਜ਼ਾਦ ਨਹੀਂ ਹੋ ਸਕਦੇ। ਔਰ ਮੈਂ ਸਤਿਕਾਰਯੋਗ ਸਾਥੀਓ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਮਿਸ਼ਨ 2022 ਬਹੁਤ ਨੇੜੇ ਆ ਰਿਹਾ ਹੈ। ਜੇਕਰ ਅਸੀਂ ਹੁਣ ਨਹੀਂ ਕੁਛ ਕੀਤਾ ਤੇ ਸਮਝ ਲਓ ਕਿ ਅਸੀਂ 5 ਸਾਲ ਹੋਰ ਪਿੱਛੇ ਪੜ ਜਾਵਾਂਗੇ। ਮੇਰੇ ਸਤਿਕਾਰਯੋਗ 70 ਸਾਲ ਹੋ ਚੱਲੇ ਇਹਨਾਂ ਸਰਕਾਰਾਂ ਨੂੰ ਪਰਖਦਿਆਂ, ਪਰ ਹਾਲੇ ਤੱਕ ਸਾਡਾ ਵਿਕਾਸ ਨਹੀਂ ਹੋ ਸਕਿਆ, ਹਾਲੇ ਤੱਕ ਅਸੀਂ ਅਮੀਰ ਨਹੀਂ ਹੋ ਸਕੇ। ਜਦੋਂ ਪਰਮਾਤਮਾ ਨੇ 4 ਚੀਜ਼ਾਂ ਬਣਾਈਆਂ ਨੇ, ਪਾਣੀ ਬਣਾਇਆ, ਸੂਰਜ ਬਣਾਇਆ, ਹਵਾ ਬਣਾਇਆ ਤੇ ਧਰਤੀ ਬਣਾਈ। ਪਾਣੀ ਹਮੇਸ਼ਾ ਬਰਾਬਰਤਾ ਦਿੰਦਾ ਹੈ, ਊਚ ਨੀਚ ਨਹੀਂ ਵੇਖਦਾ। ਹਵਾ ਹਮੇਸ਼ਾ ਬਰਾਬਰਤਾ ਦਿੰਦੀ ਹੈ, ਕਦੀ ਊਚ ਨੀਚ ਨਹੀਂ ਵੇਖਦੀ। ਸੂਰਜ ਹਮੇਸ਼ਾ ਬਰਾਬਰਤਾ ਦਿੰਦਾ ਹੈ, ਕਦੀ ਊਚ ਨੀਚ ਨਹੀਂ ਵੇਖਦਾ ਕਿ ਉਹ ਘੱਟ ਹੈ, ਉਹ ਗਰੀਬ ਹੈ, ਉਹਨੂੰ ਘੱਟ ਰੌਸ਼ਨੀ ਦੇਣੀ ਹੈ, ਅਮੀਰ ਉਹਨੂੰ ਵੱਧ ਦੇਣੀ ਹੈ। ਇੱਕ ਧਰਤੀ ਜਿਹਦੀ ਕਾਣੀ ਵੰਡ ਕਰ ਦਿੱਤੀ ਗਈ, ਕੁਛ ਲੋਕਾਂ ਨੂੰ ਜ਼ਿਆਦਾ ਹਿੱਸਾ, ਔਰ ਅੱਜ ਗਰੀਬ ਲੋਕ 5 ਮਰਲਿਆਂ ਦੇ ਵਿੱਚ 5-5 ਪਰਿਵਾਰ ਰਹਿ ਰਹੇ ਨੇ, ਔਰ ਕੁਛ ਲੋਕ 10-10 ਕਿੱਲਿਆਂ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਹੈ। ਮੇਰੇ ਸਤਿਕਾਰਯੋਗ ਸਾਥੀਓ, ਸਾਡਾ ਜੋ ਵੀ ਇੱਥੇ ਸਹੂਲਤਾਂ ਨੇ, ਸਾਡਾ ਜਨਮ ਹੁੰਦਿਆਂ ਸਾਨੂੰ ਇਹ ਸਹੂਲਤਾਂ ਮਿਲਦੀਆਂ ਨੇ, ਇਹ ਪਰਮਾਤਮਾ ਦੀ ਦੇਣ ਨੇ, ਇਹ ਕੁਦਰਤ ਵੱਲੋਂ ਜੋ ਕੁਛ ਬਣਿਆ ਹੈ ਸਾਨੂੰ ਮਿਲ ਰਿਹਾ ਹੈ। ਪਰ ਇੱਥੋਂ ਦੇ ਕੁਝ ਇਨਸਾਨ ਬੇਈਮਾਨ ਲੋਕਾਂ ਨੇ ਇਹ ਸੋਚਿਆ ਵੀ ਅਸੀਂ ਇਹਨਾਂ ਇਨਸਾਨਾਂ ਨੂੰ ਗੁਲਾਮ ਬਣਾ ਲਈਏ, ਕਿਉਂਕਿ ਇਨਸਾਨੀਅਤ ਖਤਮ ਹੋ ਗਈ ਹੈ। ਜਾਤੀਵਾਦ, ਧਰਮ ਨੂੰ ਲੋਕਾਂ ਨੇ ਪਹਿਲ ਦਿੱਤੀ ਹੈ। ਇਨਸਾਨੀਅਤ ਦੇ ਨਾਂ 'ਤੇ ਇੱਥੇ ਕੁਛ ਬਹੁਤ ਹੀ ਵਿਰਲੇ ਇਨਸਾਨ ਤੁਹਾਨੂੰ ਮਿਲਣਗੇ ਜੋ ਇਨਸਾਨੀਅਤ ਦੀ ਗੱਲ ਕਰਨਗੇ, ਨਹੀਂ ਤਾਂ ਬਹੁਤ ਸਾਰੇ ਲੋਕ ਜਾਤ ਧਰਮ ਦੇ ਚੱਕਰਾਂ ਦੇ ਵਿੱਚ ਪੈ ਕੇ ਇੱਕ ਦੂਜੇ ਉੱਤੇ ਜ਼ੁਲਮ ਕਰ ਰਹੇ ਨੇ। ਔਰ ਖਾਸ ਕਰਕੇ ਸਭ ਤੋਂ ਜ਼ਿਆਦਾ ਵੱਧਦਾ ਦਿਖ ਰਿਹਾ ਸਿੱਖ ਧਰਮ ਦੇ ਵਿੱਚ ਜਾਤੀਵਾਦ। ਸਿੱਖ ਧਰਮ ਦੇ ਵਿੱਚ ਬਹੁਤ ਸਾਰਾ ਜਾਤੀਵਾਦ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਉਸ ਦਾ ਇੱਕੋ ਹੀ ਕਾਰਨ ਹੈ ਗਰੀਬੀ। ਜਦੋਂ ਸਾਰੇ ਲੋਕ ਅਮੀਰ ਹੋ ਜਾਣਗੇ ਤਾਂ ਫਿਰ ਜਾਤ ਪਾਤ ਖਤਮ ਹੋ ਜਾਵੇਗੀ। ਜਿਨ੍ਹਾਂ ਤੱਕ ਮਜ਼ਦੂਰ ਲੋਕ ਗਰੀਬ ਹੈ ਉਹਨਾਂ ਤੱਕ ਜਾਤੀਵਾਦ ਰਹੇਗਾ। ਔਰ ਇਸ ਨੂੰ ਖਤਮ ਕਰਨ ਲਈ ਤੁਹਾਨੂੰ ਆਪਣੀਆਂ ਸਰਕਾਰਾਂ ਬਣਾਉਣੀਆਂ ਪੈਣੀਆਂ ਹੈ, ਕਿਉਂਕਿ ਸਭ ਤੋਂ ਜ਼ਿਆਦਾ ਵੋਟ ਇਹਨਾਂ ਮਜ਼ਦੂਰ ਲੋਕਾਂ ਦੀ ਹੈ ਅਤੇ ਇਹ ਮਜ਼ਦੂਰ ਲੋਕ ਬਿਨਾਂ ਵਜ੍ਹਾ ਹੀ ਗੁਲਾਮ ਬਣੇ ਹੋਏ ਨੇ, ਕਿਉਂਕਿ ਇਹ ਸੰਘਰਸ਼ ਇਹਨਾਂ ਦੇ ਵਿੱਚ ਬਹੁਤ ਸਾਰੇ ਘੱਟ ਲੋਕ ਸੰਘਰਸ਼ ਕਰਦੇ ਨੇ। ਜੇ ਇਹ ਸੰਘਰਸ਼ ਕਰਨ, ਇਹ ਆਪ ਵੀ ਸਫਲ ਹੋ ਸਕਦੇ ਨੇ ਅਤੇ ਹੋਰਾਂ ਨੂੰ ਵੀ ਸਫਲ ਕਰ ਸਕਦੇ ਨੇ। ਅਤੇ ਅਸੀਂ ਜੋ ਮਿਸ਼ਨ 2022 ਬਣਾਇਆ ਹੈ ਉਹਦੇ ਵਿੱਚ ਮਜ਼ਦੂਰਾਂ ਦੀ ਸਰਕਾਰ ਬਣੇਗੀ। ਜੇਕਰ ਮਜ਼ਦੂਰ ਸਾਨੂੰ ਸਾਥ ਦੇਣਗੇ, ਸਾਡੀ ਸਪੋਰਟ ਕਰਨਗੇ ਅਤੇ ਇਹ ਮਜ਼ਦੂਰਾਂ ਦੇ ਲਈ ਚੰਗੀਆਂ ਸਹੂਲਤਾਂ ਲੈ ਕੇ ਆਵੇਗੀ, ਕਿਉਂਕਿ ਮਜ਼ਦੂਰੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਕੋਈ ਟਾਈਮ ਟੇਬਲ ਨਹੀਂ ਹੈ, ਕੋਈ ਮਜ਼ਦੂਰਾਂ ਦੀ ਦਿਹਾੜੀ ਦਾ ਰੇਟ ਨਹੀਂ ਹੈ, ਕੋਈ ਵੀ ਤਰ੍ਹਾਂ ਦੀ ਫਸਲ ਦਾ ਕੋਈ ਰੇਟ ਨਹੀਂ ਹੈ। ਜਿਵੇਂ ਅੱਜ ਝੋਨੇ ਦੀ ਲਵਾਈ ਤੋਂ ਲੈ ਕੇ ਬਹੁਤ ਵਿਵਾਦ ਖੜ੍ਹੇ ਹੋ ਰਹੇ ਨੇ। ਇਸ ਕਰਕੇ ਇਹਨਾਂ ਸਰਕਾਰਾਂ ਨਹੀਂ ਬੋਲਣਾ, ਕਿਉਂਕਿ ਇਹ ਸਰਕਾਰਾਂ ਅਮੀਰ ਲੋਕਾਂ ਦੀਆਂ ਹੈ। ਜਦੋਂ ਗਰੀਬ ਲੋਕਾਂ ਦੀ ਸਰਕਾਰ ਆਊਗੀ, ਮੇਰੇ ਹਿਸਾਬ ਨਾਲ ਕੋਈ ਗਰੀਬ ਰਹੇਗਾ ਹੀ ਨਹੀਂ। ਔਰ ਇਸ ਗਰੀਬੀ ਨੂੰ ਖਤਮ ਕਰਨ ਲਈ ਤੁਹਾਡੀ ਸਿਆਣਪ ਹੈ ਵੋਟ। ਤੁਸੀਂ ਚੰਗੇ ਲੀਡਰਾਂ ਨੂੰ ਚੁਣਨਾ ਹੈ ਕਿ ਜੋ ਇਸ ਗਰੀਬੀ ਨੂੰ ਖਤਮ ਕਰ ਸਕਣ। ਮੇਰੇ ਸਤਿਕਾਰਯੋਗ ਸਾਥੀਓ, ਅਸੀਂ ਹਮੇਸ਼ਾ ਹੀ